Good morning 7th class. In previous video we discussed lesson 21st of civics. In today's video we will discuss the remaining chapter. Different types of democracy. Democracy ਦੀਆਂ different types ਕਿਹੜੀਆਂ? ਓਕੇ ਇਹਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ ਅੱਗੋਂ ਜਾ ਕੇ ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਟਲ, ਜਿਹਦੇ ਵਿੱਚ ਕੀ ਆ ਸੰਸਦ ਦੀ ਸਰਕਾਰ ਹੁੰਦੀ ਆ ਜਾਂ ਪ੍ਰਧਾਨ ਦੀ ਸਰਕਾਰ ਹੁੰਦੀ ਆ। ਸੈਕਿੰਡ ਯੂਨਿਟਰੀ ਔਰ ਫੈਡਰਲ। ਯੂਨਿਟਰੀ ਮਤਲਬ ਇਕਾਤਮਕ ਸਰਕਾਰ, ਫੈਡਰਲ ਸੰਘਾਤਮਕ ਸਰਕਾਰ। In the first category, the form of government is divided into parliamentary or presidential on the basis of influence of power of executive or legislator. ਪਹਿਲੀ ਵੰਡ ਦੇ ਵਿੱਚ ਕੀ ਆ, ਅਸੀਂ ਵਿਧਾਨ ਪਾਲਿਕਾ ਜਾਂ ਕਾਰਜਪਾਲਿਕਾ ਹੁੰਦੀ ਆ। In the parliamentary form of government, parliament is more powerful. Parliamentary government ਦੇ ਵਿੱਚ ਕੀ ਹੁੰਦਾ, ਪਾਰਲੀਮੈਂਟਰੀ ਸਰਕਾਰ ਦੇ ਵਿੱਚ ਕੀ ਹੁੰਦਾ ਵੀ ਜਿਹੜੀ ਪਾਰਲੀਮੈਂਟ ਹੁੰਦੀ ਆ ਉਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਆ। ਪ੍ਰੈਜ਼ੀਡੈਂਟ ਇਜ਼ ਦਾ ਨੋਮੀਨਲ ਹੈਡ ਆਫ ਸਟੇਟ, ਜਿਹਦੇ ਵਿੱਚ ਕੀ ਆ ਪ੍ਰਧਾਨ ਮੰਤਰੀ ਹੈ ਜਿਹੜਾ ਉਹ ਨਾਮਾਤਰ ਮੁਖੀ ਹੁੰਦਾ ਸਟੇਟ ਦਾ। ਵੇਅਰ ਐਜ਼ ਪ੍ਰਾਈਮ ਮਿਨਿਸਟਰ ਇਜ਼ ਦਾ ਰੀਅਲ ਹੈਡ ਆਫ ਦਾ ਗਵਰਨਮੈਂਟ। ਇਹਦੇ 'ਚ ਕੀ ਹੈ, ਜਿਹੜਾ ਪ੍ਰਧਾਨ ਮੰਤਰੀ ਆ ਉਹ ਰੀਅਲ ਹੈਡ ਹੁੰਦਾ ਸਰਕਾਰ ਦਾ। ਇਨ ਸੱਚ ਟਾਈਪ ਆਫ ਗਵਰਨਮੈਂਟ ਆਲ ਦਾ ਮਿਨਿਸਟਰਸ ਐਂਡ ਦਾ ਕਾਉਂਸਿਲ ਆਫ ਮਿਨਿਸਟਰਸ ਆਰ ਮੈਂਬਰ ਆਫ ਦਾ ਲੈਜਿਸਲੇਚਰ। ਇਹਦੇ ਵਿੱਚ ਕੀ ਹੁੰਦਾ, ਸਾਰੇ ਕੌਂਸਲ ਦੇ ਮਿਨਿਸਟਰ ਹੁੰਦੇ ਆ ਜਿਹੜੇ, ਅਤੇ ਜਿੰਨੇ ਵੀ ਮਿਨਿਸਟਰ ਹੁੰਦੇ ਆ ਉਹ ਸਾਰੇ ਲੈਜਿਸਲੇਟਰ ਦੇ ਮੈਂਬਰ ਹੁੰਦੇ ਆ। ਦਸ ਇਨ ਪਾਰਲੀਮੈਂਟਰੀ ਫਾਰਮ ਆਫ ਡੈਮੋਕ੍ਰੇਸੀ ਦੇਅਰ ਇਜ਼ ਮੋਰ ਕੋਆਰਡੀਨੇਸ਼ਨ ਬਿਟਵੀਨ ਦਾ ਲੈਜਿਸਲੇਟਰ ਐਂਡ ਐਗਜ਼ੀਕਿਊਟਿਵ ਆਰਗਨਸ ਆਫ ਗਵਰਨਮੈਂਟ। ਇਹਦੇ ਵਿੱਚ ਕੀ ਆ, ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਦਾ ਆਪਸ ਵਿੱਚ ਤਾਲਮੇਲ ਹੁੰਦਾ। ਇਨ ਦਾ ਪ੍ਰੈਜ਼ੀਡੈਂਟਲ ਫਾਰਮ ਆਫ ਗਵਰਨਮੈਂਟ ਦਾ ਹੈਡ ਆਫ ਸਟੇਟ ਪ੍ਰੈਜ਼ੀਡੈਂਟ ਇਜ਼ ਇਲੈਕਟਡ। ਜਿਹੜੀ ਪ੍ਰੈਜ਼ੀਡੈਂਟਲ ਫਾਰਮ ਹੁੰਦੀ ਹੈ ਸਰਕਾਰ ਦੀ, ਉਹਦੇ ਵਿੱਚ ਕੀ ਹੈ, ਸਰਕਾਰ ਦਾ ਜਿਹੜਾ ਹੈੱਡ ਹੁੰਦਾ ਪ੍ਰੈਜ਼ੀਡੈਂਟ, ਉਹਨੂੰ ਚੁਣਿਆ ਜਾਂਦਾ ਡਾਇਰੈਕਟਲੀ ਬਾਈ ਦਾ ਪੀਪਲ। ਲੋਕ ਉਹਨੂੰ ਸਿੱਧਾ ਚੁਣਦੇ ਆ ਆਪਦੇ ਰਾਸ਼ਟਰਪਤੀ ਨੂੰ। ਹੀ ਇਜ਼ ਨੋਮੀਨਲ ਐਜ਼ ਵੈਲ ਐਜ਼ ਦਾ ਰੀਅਲ ਹੈਡ ਆਫ ਦਾ ਗਵਰਨਮੈਂਟ। ਉਹ ਕੀ ਹੁੰਦਾ, ਅਸਲੀ ਮੁਖੀ ਹੁੰਦਾ ਅਤੇ ਨੋਮੀਨਲ ਹੁੰਦਾ। In this form of government, the ministers in the council of ministers can be from different political parties. ਇਹਦੇ ਵਿੱਚ ਕੀ ਮਿਨਿਸਟਰਸ ਹੁੰਦੇ ਆ ਜਿਹੜੇ, ਜਾਂ ਕੌਂਸਲ ਦੇ ਮਿਨਿਸਟਰ ਆ ਅਲੱਗ-ਅਲੱਗ ਪਾਰਟੀਜ਼ ਦੇ ਹੁੰਦੇ ਆ। ਸੱਚ ਟਾਈਪ ਆਫ ਗਵਰਨਮੈਂਟ ਇਜ਼ ਇਨ ਅਮੈਰੀਕਾ। ਇਸ ਪ੍ਰਕਾਰ ਦੀ ਜਿਹੜੀ ਸਰਕਾਰ ਆ ਉਹ ਅਮੈਰੀਕਾ ਦੇ ਵਿੱਚ ਆ। ਦ ਅਮੈਰੀਕਨ ਪ੍ਰੈਜ਼ੀਡੈਂਟ ਇਜ਼ ਮੋਰ ਪਾਵਰਫੁਲ ਦੈਨ ਦਾ ਇੰਡੀਅਨ ਪ੍ਰੈਜ਼ੀਡੈਂਟ। ਜਿਹੜਾ ਅਮੈਰੀਕਾ ਦਾ ਰਾਸ਼ਟਰਪਤੀ ਆ ਉਹ ਭਾਰਤ ਦੇ ਰਾਸ਼ਟਰਪਤੀ ਤੋਂ ਜ਼ਿਆਦਾ ਸ਼ਕਤੀਸ਼ਾਲੀ ਆ, ਐਜ਼ ਹੀ ਇਜ਼ ਡਾਇਰੈਕਟਲੀ ਇਲੈਕਟਡ ਬਾਈ ਦਾ ਪੀਪਲ ਅਨਲਾਈਕ ਦਾ ਇੰਡੀਅਨ ਪ੍ਰੈਜ਼ੀਡੈਂਟ, ਕਿਉਂਕਿ ਉਹ ਲੋਕਾਂ ਦੁਆਰਾ ਸਿੱਧਾ ਚੁਣਿਆ ਜਾਂਦਾ। ਅਤੇ ਜਿਹੜਾ ਸਾਡਾ ਰਾਸ਼ਟਰਪਤੀ ਹੁੰਦਾ ਉਹ ਅਸੀਂ ਲੋਕ ਨਹੀਂ ਚੁਣਦੇ, ਸਾਡੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਅੱਗੋਂ ਉਹ ਚੁਣਦੇ ਆ ਸਾਡੇ ਰਾਸ਼ਟਰਪਤੀ ਨੂੰ। Another classification of democratic government is based on the division of powers between the center and the state government. ਅਗਲੀ ਜਿਹੜੀ ਵੰਡ ਆ ਉਹ ਸ਼ਕਤੀਆਂ ਦੀ ਵੰਡ ਦੇ ਆਧਾਰ 'ਤੇ ਹੁੰਦੀ ਆ, ਕੇਂਦਰ ਦੀਆਂ ਸ਼ਕਤੀਆਂ ਅਤੇ ਸਟੇਟ ਸਰਕਾਰ ਜਿਹੜੀ ਰਾਜ ਸਰਕਾਰ ਆ ਉਹਦੀਆਂ ਸ਼ਕਤੀਆਂ ਦੀ ਵੰਡ ਦੇ ਆਧਾਰ 'ਤੇ। ਆਲਦੋ ਬੋਥ ਆਰ ਇੰਡੀਪੈਂਡੈਂਟ ਇਨ ਦੇਅਰ ਓਨ ਸਪੇਅਰ, ਭਾਵੇਂ ਕਿ ਦੋਨੇ ਆਪਦਾ ਕੰਮ ਕਰਨ ਦੇ ਅਧਿਕਾਰ ਦੇ ਵਿੱਚ ਆਜ਼ਾਦ ਆ। ਡੈਮੋਕ੍ਰੇਟਿਕ ਗਵਰਨਮੈਂਟ ਔਨ ਦਾ ਬੇਸਿਸ ਆਫ ਦਿਸ ਕਲਾਸੀਫਿਕੇਸ਼ਨ ਇਜ਼ ਯੂਨਿਟਰੀ ਐਂਡ ਫੈਡਰਲ ਫਾਰਮ ਆਫ ਗਵਰਨਮੈਂਟ। ਇਸ ਤਰ੍ਹਾਂ ਦੀ ਸਰਕਾਰ ਕੀ ਹੈ, ਜਾਂ ਤਾਂ ਇਕਾਤਮਕ ਹੋਊਗੀ ਜਾਂ ਸੰਘਾਤਮਕ ਹੋਊਗੀ। ਇਨ ਦਾ ਫੈਡਰਲ ਫਾਰਮ ਆਫ ਗਵਰਨਮੈਂਟ ਦਾ ਕੌਨਸਟੀਟਿਊਸ਼ਨ ਇਜ਼ ਰਿਟਨ ਐਂਡ ਰਿਜਡ। ਜਿਹੜੀ ਫੈਡਰਲ ਸਰਕਾਰ ਹੋਊਗੀ ਉਹਦੇ ਵਿੱਚ ਜਿਹੜਾ ਸੰਵਿਧਾਨ ਆ ਉਹ ਲਿਖਿਆ ਹੁੰਦਾ ਅਤੇ ਕਠੋਰ ਹੁੰਦਾ ਉਹ। There is a division of power between the center and government, state government। ਅਤੇ ਸਰਕਾਰ ਜਿਹੜੀ ਕੇਂਦਰ ਸਰਕਾਰ ਆ ਅਤੇ ਰਾਜ ਸਰਕਾਰ ਆ ਉਹਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਹੁੰਦੀ ਆ। Every state has its own government। ਹਰੇਕ ਰਾਜ ਦੀ ਆਪਦੀ ਸਰਕਾਰ ਹੁੰਦੀ ਆ। ਇੰਡੀਆ ਇਜ਼ ਬੇਸਿਕਲੀ ਆ ਫੈਡਰਲ ਫਾਰਮ ਆਫ ਡੈਮੋਕ੍ਰੇਟਿਕ ਗਵਰਨਮੈਂਟ ਵਿਦ ਦਾ ਯੂਨਿਟਰੀ ਬੇਸਿਸ। ਭਾਰਤ ਕੀ ਹੈ, ਇੱਕ ਸੰਘਾਤਮਕ ਰਾਜ ਆ ਇਕਾਤਮਕ ਸਰਕਾਰ ਦੇ ਆਧਾਰ 'ਤੇ। ਕਿਉਂਕਿ ਚਾਹੇ ਫੈਡਰਲ ਹੈ ਪਰ ਕੋਈ ਵੀ ਅੰਦਰੂਨੀ ਸੰਕਟ ਆਉਂਦਾ, ਬਾਹਰੀ ਸੰਕਟ ਆਉਂਦਾ ਅਤੇ ਕੇਂਦਰ ਦੀਆਂ ਸ਼ਕਤੀਆਂ ਵੱਧ ਜਾਂਦੀਆਂ ਤਾਂ ਇਹ ਕੀ ਆ, ਇਕਾਤਮਕ ਬਣ ਜਾਂਦਾ। In the unitary form of government, although powers are divided between center and state,
ਭਾਵੇਂ ਕਿ ਵੰਡੀਆਂ ਹੋਈਆਂ ਸ਼ਕਤੀਆਂ, ਰਾਜ ਸਰਕਾਰ ਦੀਆਂ ਆਪਦੀਆਂ ਸ਼ਕਤੀਆਂ, ਕੇਂਦਰ ਸਰਕਾਰ ਦੀਆਂ ਆਪਦੀਆਂ ਸ਼ਕਤੀਆਂ, ਬਟ ਸੈਂਟਰ ਇਜ਼ ਮੋਰ ਪਾਵਰਫੁਲ ਦੈਨ ਦਾ ਸਟੇਟ ਗਵਰਨਮੈਂਟ। ਪਰ ਜਿਹੜਾ ਕੇਂਦਰ ਸਰਕਾਰ ਆ ਉਹ ਰਾਜ ਸਰਕਾਰ ਤੋਂ ਜ਼ਿਆਦਾ ਸ਼ਕਤੀਸ਼ਾਲੀ ਆ। ਔਰ ਇੰਡੀਅਨ ਕੌਨਸਟੀਟਿਊਸ਼ਨ ਇਜ਼ ਨੋਨ ਐਜ਼ ਫੈਡਰਲ ਐਜ਼ ਫॉर्म। ਸਾਡਾ ਜਿਹੜਾ ਸੰਵਿਧਾਨ ਆ ਉਹ ਰੂਪ ਦੇ ਆਧਾਰ 'ਤੇ ਫੈਡਰਲ ਹੈ, ਬਟ ਯੂਨਿਟਰੀ ਇਨ ਸਪਿਰਿਟ, ਪਰ ਉਹਦੀ ਜਿਹੜੀ ਆਤਮਾ ਉਹਦੇ 'ਚ ਇਕਾਤਮਕ ਆ। ਇਟ ਮੀਨਸ ਦ ਆਰਡੀਨਰੀ ਟਾਈਮਸ ਇਟ ਇਜ਼ ਯੂਨੀਅਨ ਆਫ ਦ ਸਟੇਟ ਦੈਟ ਮੀਨਸ ਫੈਡਰਲ। ਯੂਨੀਅਨ ਆਫ ਸਟੇਟਸ ਹੈ ਜਿਹੜੀ ਉਹ ਫੈਡਰਲ ਹੈ, ਬਟ ਐਟ ਟਾਈਮਸ ਆਫ ਸਮ ਇੰਟਰਨਲ ਔਰ ਐਕਸਟਰਨਲ ਐਮਰਜੈਂਸੀ ਦਾ ਸੈਂਟਰ ਬਿਕਮ ਮੋਰ ਪਾਵਰਫੁਲ। ਪਰ ਜਦੋਂ ਕੋਈ ਬਾਹਰੀ ਹਮਲਾ ਹੁੰਦਾ ਜਾਂ ਅੰਦਰੂਨੀ ਕੋਈ ਗੜਬੜ ਹੁੰਦੀ ਹੈ ਤਾਂ ਉਦੋਂ ਜਿਹੜੀ ਸਾਡੀ ਕੇਂਦਰ ਸਰਕਾਰ ਆ ਉਹ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਆ। ਨੈਕਸਟ, ਫੀਚਰਸ ਆਫ ਡੈਮੋਕ੍ਰੇਸੀ। ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ? ਇਨਲਾਈਟਨਡ ਸਿਟੀਜ਼ਨਸ ਐਜ਼ ਅ ਬੇਸਿਕ ਫੀਚਰ ਆਫ ਡੈਮੋਕ੍ਰੇਟਿਕ ਕੰਟਰੀ ਇਜ਼ ਪਬਲਿਕ ਵਿਲ ਔਰ ਓਪੀਨੀਅਨ। ਇਹਦੇ ਵਿੱਚ ਸਭ ਤੋਂ ਬੇਸਿਕ ਫੀਚਰ ਕੀ ਹੈ? ਇਹਦੇ ਵਿੱਚ ਲੋਕਾਂ ਦੀ ਜਿਹੜੀ ਇੱਛਾ ਹੁੰਦੀ ਆ, ਓਪੀਨੀਅਨ ਆ, ਉਸ ਦੇ ਅਕੋਰਡਿੰਗ ਸਰਕਾਰ ਚੁਣੀ ਜਾਂਦੀ ਆ। ਦਸ ਟੂ ਮੇਕ ਦ ਡੈਮੋਕ੍ਰੇਸੀ ਅ ਸਕਸੈਸਫੁਲ ਫਾਰਮ ਆਫ ਗਵਰਨਮੈਂਟ ਇਨਲਾਈਟਨਡ ਸਿਟੀਜ਼ਨਸ ਆਰ ਦ ਪ੍ਰੀ ਰਿਕੁਐਸਟਿਕ ਓਨਲੀ। ਕਿਉਂਕਿ ਜਿਹੜੇ ਜਾਗਰੂਕ ਨਾਗਰਿਕ ਹੋਣਗੇ ਉਹੀ ਆਪਦੇ ਲਈ ਵਧੀਆ ਸਰਕਾਰ ਚੁਣ ਸਕਦੇ ਆ। ਲੋਕਾਂ ਦਾ ਸੂਝਵਾਨ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ। ਮੈਚੋਰਡ ਲੀਡਰਸ਼ਿਪ along with the enlightened citizens effective leadership is also important। ਇਹਦੇ ਵਿੱਚ ਕੀ ਆ? ਜਿਹੜੀ ਲੀਡਰਸ਼ਿਪ ਆ ਸਾਡੀ ਉਹ ਬਹੁਤ ਇਫੈਕਟਿਵ ਹੋਣੀ ਚਾਹੀਦੀ ਹੈ, ਬਹੁਤ ਇੰਪੋਰਟੈਂਟ ਹੈ। ਮੈਚੋਰ ਐਂਡ ਓਨੈਸਟ ਲੀਡਰਸ ਆਰ ਵੈਰੀ ਇੰਪੋਰਟੈਂਟ ਟੂ ਰਨ ਦ ਡੈਮੋਕ੍ਰੇਟਿਕ ਐਡਮਿਨਿਸਟ੍ਰੇਸ਼ਨ ਇਫੀਸ਼ੀਐਂਟਲੀ। ਜਿਹੜੇ ਲੀਡਰ ਹੈ ਜਿਹੜੇ ਓਨੈਸਟ ਹੋਣਗੇ, ਮੈਚਿਓਰ ਹੋਣਗੇ, ਸੂਝਵਾਨ ਹੋਣਗੇ, ਉਹੀ ਸਾਡਾ ਜਿਹੜਾ ਲੋਕਤੰਤਰਿਕ ਸ਼ਾਸਨ ਪ੍ਰਬੰਧ ਆ ਉਹਨੂੰ ਸਹੀ ਢੰਗ ਨਾਲ ਚਲਾ ਸਕਦੇ ਆ। ਡਿਸਿਪਲਿਨਡ ਸਿਟੀਜ਼ਨਸ ਐਂਡ ਪੋਲੀਟੀਕਲ ਪਾਰਟੀਜ਼ ਅਨੁਸ਼ਾਸਿਤ ਨਾਗਰਿਕ ਤੇ ਸਿਧਾਂਤਾਂ 'ਤੇ ਆਧਾਰਿਤ ਰਾਜਨੀਤਿਕ ਦਲ। Disciplined citizens can act as good watchdog for the government to bring it upon the mark। ਜਿਹੜੇ ਜਾਗਰੂਕ ਨਾਗਰਿਕ ਹੋਣਗੇ, ਅਨੁਸ਼ਾਸਿਤ ਨਾਗਰਿਕ ਹੋਣਗੇ, ਉਹ ਸਰਕਾਰ ਦੇ ਕੰਮਾਂ ਨੂੰ ਦੇਖਣਗੇ, ਉਹਨਾਂ ਦੀਆਂ ਗਲਤੀਆਂ ਨੂੰ ਕੱਢਣਗੇ। ਬਿਕੋਜ਼ ਦੇ ਕੈਨ ਪੋਜ਼ੀਟਿਵਲੀ ਕ੍ਰਿਟੀਸਾਈਜ਼, ਉਹ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਸਕਦੇ ਆ, ਸਰਕਾਰ ਨੂੰ ਸਹੀ ਕੰਮ ਕਰਨ ਲਈ ਪ੍ਰੇਰਿਤ ਕਰ ਸਕਦੇ ਆ, ਦਬਾਅ ਬਣਾ ਸਕਦੇ ਆ ਸਰਕਾਰ 'ਤੇ। ਇਸੇ ਤਰ੍ਹਾਂ ਜਿਹੜੇ ਡਿਸਿਪਲਿਨ ਪੋਲੀਟੀਕਲ ਪਾਰਟੀਜ਼ ਆ ਉਹ ਵੀ ਡੈਮੋਕ੍ਰੇਸੀ ਦੀ ਆਤਮਾ ਮੰਨਿਆ ਗਿਆ ਉਹਨਾਂ ਨੂੰ। ਇਹ ਕੀ ਆ? ਚੰਗੇ ਤੇ ਵਧੀਆ ਪਰਸਨਸ ਨੂੰ ਅੱਗੇ ਲਿਆਉਣ ਤੇ ਸਰਕਾਰ ਜਿਹੜੀ ਹੈਗੀ ਆ ਲੋਕਾਂ ਦੇ ਲਈ, ਦੇਸ਼ ਦੇ ਹਿੱਤ ਦੇ ਲਈ ਕਾਨੂੰਨ ਬਣਾਵੇ। ਨੈਕਸਟ, ਸੋਸ਼ਲ ਐਂਡ ਇਕਨੋਮਿਕ ਇਕੁਐਲਿਟੀ। ਇਹ ਸਭ ਤੋਂ essential ਸੋਰਸ ਹੈ ਪੋਲੀਟੀਕਲ ਡੈਮੋਕ੍ਰੇਸੀ ਦਾ। ਦੇਅਰ ਇਜ਼ ਨੋ ਡਿਸਕ੍ਰਿਮੀਨੇਸ਼ਨ ਇਨ ਦ ਸੋਸ਼ਲ ਐਜ਼ ਵੈਲ ਐਜ਼ ਇਕਨੋਮਿਕ ਫੀਲਡ ਔਨ ਦ ਬੇਸਿਸ ਆਫ ਕਾਸਟ, ਕਰੀਡ, ਲੈਂਗੁਏਜ। ਕਿਸੇ ਦੇ ਨਾਲ ਵੀ ਜਾਤ ਦੇ ਆਧਾਰ 'ਤੇ, ਭਾਸ਼ਾ ਦੇ ਆਧਾਰ 'ਤੇ, ਵੰਸ਼ ਦੇ ਆਧਾਰ 'ਤੇ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ, ਨਾ ਤਾਂ ਸਮਾਜਿਕ ਤੌਰ 'ਤੇ ਕੀਤਾ ਜਾਣਾ ਚਾਹੀਦਾ ਤੇ ਨਾ ਹੀ ਆਰਥਿਕ ਫੀਲਡ ਦੇ ਵਿੱਚ। ਨੈਕਸਟ, ਟੋਲਰੈਂਸ, ਸਹਿਣਸ਼ੀਲਤਾ। Party in the power should be open-minded and tolerant for the healthy opposition of the government and to accommodate the minority opinion। ਸਰਕਾਰ ਜਿਹੜੀ ਹੈਗੀ ਹੈ, ਸੱਤਾਧਾਰੀ ਦਲ ਹੁੰਦਾ ਜਿਹੜਾ, ਉਹਦਾ ਸਹਿਣਸ਼ੀਲ ਹੋਣਾ ਬਹੁਤ ਜ਼ਰੂਰੀ ਆ। ਕਿਉਂਕਿ ਜਿਹੜੇ ਵਿਰੋਧੀ ਦਲ ਆ ਉਹ ਉਹਨਾਂ ਦੀਆਂ ਗਲਤੀਆਂ ਕੱਢਣਗੇ ਤੇ ਉਹ ਆਪਦੀਆਂ ਗਲਤੀਆਂ ਨੂੰ ਸਵੀਕਾਰਨ ਤੇ ਲੋਕਾਂ ਦੇ ਲਈ ਵਧੀਆ ਦੇਸ਼ ਦਾ ਨਿਰਮਾਣ ਕਰਨ। ਨੈਕਸਟ, ਵਾਈ ਡੈਮੋਕ੍ਰੇਟਿਕ ਗਵਰਨਮੈਂਟ ਇਜ਼ ਪਾਪੂਲਰ। ਲੋਕਤੰਤਰ ਸਰਕਾਰ ਇੰਨੀ ਪਾਪੂਲਰ ਕਿਉਂ ਆ, ਹਰਮਨ ਪਿਆਰੀ ਕਿਉਂ ਆ? ਇਨ ਦ ਮਾਡਰਨ ਟਾਈਮ ਹਿਊਮਨ ਰਾਈਟਸ ਆਰ ਵੈਰੀ ਸਿਗਨੀਫਿਕੈਂਟ ਪਾਰਟ ਆਫ ਸੋਸਾਇਟੀ। ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰ ਆ ਉਹ ਸਮਾਜ ਦਾ ਇੰਪੋਰਟੈਂਟ ਪਾਰਟ ਹੈ। According to these rights, everybody is free and equal to get opportunity to develop one's personality। ਇਹਦੇ ਅਨੁਸਾਰ ਹਰ ਇੱਕ ਨੂੰ ਅਧਿਕਾਰ ਹੈਗਾ ਇਕੁਅਲ ਅਪਰਚੁਨਿਟੀਜ਼, ਉਹਨੂੰ ਬਰਾਬਰ ਮੌਕੇ ਮਿਲਣ ਆਪਦੀ ਪਰਸਨੈਲਿਟੀ ਨੂੰ ਨਿਖਾਰਨ ਦੇ। ਡੈਮੋਕ੍ਰੇਸੀ ਇਜ਼ ਬੇਸਡ ਔਨ ਦ ਪ੍ਰਿੰਸੀਪਲ ਆਫ ਰੂਲ ਆਫ ਲਾਅ। ਡੈਮੋਕ੍ਰੇਸੀ ਕਿਹੜੇ ਪ੍ਰਿੰਸੀਪਲ 'ਤੇ ਟਿਕੀ ਹੋਈ ਹੈ? ਇਸ ਨਾਂ 'ਤੇ, ਰੂਲ ਆਫ ਲਾਅ, ਵੀ ਕਾਨੂੰਨ ਦਾ ਰਾਜ ਹੋਊਗਾ। ਫਰੀਡਮ, ਆਜ਼ਾਦੀ, ਇਕੁਐਲਿਟੀ, ਸਮਾਨਤਾ, ਬ੍ਰਦਰਹੁੱਡ, ਭਾਈਚਾਰਾ।
Thus, nowadays, democracy is the most prevalent form of government in the world and it is expanding to most of countries. ਇਸੇ ਕਰਕੇ ਜਿਹੜੀ ਸਰਕਾਰ ਹੈ ਡੈਮੋਕ੍ਰੇਟਿਕ ਹੈਗੀ ਆ ਫਾਰਮ ਜਿਹੜੀ ਸਰਕਾਰ ਦੀ ਉਹ ਸਭ ਤੋਂ ज़्यादा पॉपुलर है तो ज़्यादा कंट्रीज़ ਦੇ ਵਿੱਚ ਇਸ ਤਰ੍ਹਾਂ ਦੀ ਸਰਕਾਰ ਹੈ। द लॉज मेड बाय पीपल फॉर देयर ओन वैलफेयर ਲੋਕਾਂ ਦੀ ਭਲੇ ਦੇ ਲਈ ਕਾਨੂੰਨ ਬਣਾਏ ਜਾਂਦੇ ਆ। ਫੈਕਟਰੀਜ਼ ਵਿੱਚ ਮੇਕ ਡੈਮੋਕ੍ਰੇਟੀ ਆ ਪॉपुलर फॉर्म ऑफ गवर्नमेंट आर फॉलोइंग। ਹੇਠ ਲਿਖੇ ਜਿਹੜੇ ਕਾਰਨ ਹੈ ਜਿਹਦੇ ਕਰਕੇ ਕੀ ਆ ਇਹ ਸਰਕਾਰ ਜਿਹੜੀ ਇੰਨੀ ਹਰਮਨ ਪਿਆਰੀ ਆ। ਫਸਟ ਆ ਫਾਰਮਲ ਇਕੁਐਲਿਟੀ। ਇਹਦੇ ਵਿੱਚ ਕੀ ਹੈ ਤੁਹਾਡੀ समानता होंदी आ। इन डेमोक्रेटिक गवर्नमेंट एवरीबॉडी इज़ इक्वल बिफोर द लॉ ऑफ द लैंड। हरेक बंदा कानून की नज़र दे विच बराबर हुंदा। दस दिस टाइप ऑफ गवर्नमेंट इज़ प्रेफर्ड अदर दैन डिक्टेटोरल फॉर्म ऑफ गवर्नमेंट। इसे करके इसनूं ज़्यादा महत्व दिता जांदा क्योंकि इहदे विच ਸਾਰਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਆ। ਨੈਕਸਟ ਫਰੀडम ਇਨ ਡੈਮੋਕ੍ਰੇਟਿਕ ਪੀਪਲ ਆਰ ਫਰੀ ਫਰੋਮ ਐਨੀ ਟਾਈਪ ਆਫ ਪ੍ਰੈਸ਼ਰ। ਇਹਦੇ ਵਿੱਚ ਕੀ ਆ ਲੋਕ ਕਿਸੇ ਵੀ ਪ੍ਰਕਾਰ ਦੇ ਪ੍ਰੈਸ਼ਰ 'ਚ ਨਹੀਂ ਹੁੰਦੇ, ਦਬਾਅ 'ਚ ਨਹੀਂ ਹੁੰਦੇ। ਦੇ ਆਰ ਫਰੀ ਟੂ ਅਡੋਪਟ ਐਨੀ ਪ੍ਰੋਫੈਸ਼ਨ ਸੈਟਲ ਡਾਊਨ ਐਨੀਵੇਅਰ ਇਨ ਦਾ ਕੰਟਰੀ ਅਕੋਰਡਿੰਗ ਟੂ ਦੇਅਰ ਓਨ ਵਿਲ। ਉਹ ਆਪਦੀ ਮਰਜ਼ੀ ਨਾਲ ਕੋਈ ਵੀ ਕਿੱਤਾ ਅਪਣਾ ਸਕਦੇ ਆ, ਕੋਈ ਵੀ ਕਿਤੇ ਵੀ ਰਹਿ ਸਕਦਾ ਆਪਦੇ ਦੇਸ਼ ਦੇ ਵਿੱਚ। Third, decision making system. In democratic, decision to run administration are also taken by the representative of the people. ਲੋਕਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਅਸੀਂ MLA MP ਚੁਣਦੇ ਆ ਉਹ ਕੀ ਆ ਆਪਦੇ ਡਿਸੀਜ਼ਨ ਦਿੰਦੇ ਆ ਸ਼ਾਸਨ ਪ੍ਰਬੰਧ ਨੂੰ ਚਲਾਉਣ ਦੇ ਲਈ। ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰ ਮੇਕ ਲਾਅ ਇਨ ਅਕੋਰਡੈਂਸ ਵਿਦ ਦਾ ਪੀਪਲਸ ਵਿਲ। ਜਿਹੜੇ ਉਹ ਸਾਡੇ ਚੁਣੇ ਹੋਏ ਨੁਮਾਇੰਦੇ ਆ ਉਹ ਸਾਡੀ ਇੱਛਾ ਦੇ ਅਨੁਸਾਰ ਲੋਕਾਂ ਦੀਆਂ ਮੰਗਾਂ ਦੇ ਅਨੁਸਾਰ ਫੈਸਲੇ ਲੈਂਦੇ ਆ। ਜੇ ਸਰਕਾਰ ਲੋਕਾਂ ਦੇ ਅਨੁਸਾਰ ਨਹੀਂ ਚੱਲਦੀ ਤਾਂ ਅਗਲੇ ਵੋਟਾਂ ਦੇ ਵਿੱਚ ਲੋਕਾਂ ਕੋਲੇ ਇਹ ਅਧਿਕਾਰ ਹੁੰਦਾ, ਰਾਈਟ ਹੁੰਦਾ ਵੀ ਉਹਨੂੰ ਚੇਂਜ ਕਰ ਸਕਦੇ ਆ। ਨੈਕਸਟ ਐਕਟਿਵ ਪਾਰਟੀਸਪੇਸ਼ਨ ਆਫ ਪੀਪਲ। In democratic, people participate actively in the government working. ਲੋਕਤੰਤਰਿਕ ਸਰਕਾਰ ਦੇ ਵਿੱਚ ਜਿਹੜੇ ਲੋਕ ਆ ਉਹ ਪਾਰਟੀਸਪੇਟ ਕਰਦੇ ਆ। ਦੇ elect and can be elected according to their opinion. ਉਹ ਕੀ ਆ ਜਿਹੜੇ ਸਾਡੇ ਨੁਮਾਇੰਦੇ ਹੁੰਦੇ ਆ ਲੋਕਾਂ ਦੀ ਇੱਛਾ ਨਾਲ ਚੁਣੇ ਗਏ ਆ। ਦੇ ਕੈਨ ਕਾਸਟ ਦੇਅਰ ਵੋਟ ਅਕੋਰਡਿੰਗ ਟੂ ਦੇਅਰ ਓਨ ਵਿਲ। ਲੋਕ ਆਪਦੀ ਇੱਛਾ ਨਾਲ ਜਿਹਨੂੰ ਮਰਜ਼ੀ ਵੋਟ ਪਾ ਸਕਦੇ ਆ ਵਿਦਾਊਟ ਐਨੀ ਇੰਟਰਫੇਰੈਂਸ ਐਂਡ ਐਕਸਪੋਜ਼ਰ। ਨਾ ਤਾਂ ਉਹਨਾਂ 'ਤੇ ਕੋਈ ਦਬਾਅ ਹੁੰਦਾ ਕਿਸੇ ਦਾ। ਦਸ ਐਵਰੀ ਇੰਡੀਵਿਜੂਅਲ ਇਜ਼ ਇਕੁਅਲੀ ਇੰਪੋਰਟੈਂਟ ਫੋਰ ਸੁਸਾਇਟੀ ਅਨਲਾਈਕ ਦ ਅਦਰ ਫਾਰਮਸ ਆਫ ਗਵਰਨਮੈਂਟ। ਇਹ ਸਮਾਜ ਦੇ ਵਿੱਚ ਜਿਹੜੀ ਸਰਕਾਰ ਦੀ ਨਿਗਾਹ ਦੇ ਵਿੱਚ ਹਰ ਜਿਹੜਾ ਨਾਗਰਿਕ ਆ ਉਹ ਇੰਪੋਰਟੈਂਟ ਹੁੰਦਾ। ਨੈਕਸਟ ਨੋ ਡਿਸਕ੍ਰਿਮੀਨੇਸ਼ਨ। ਦੇਅਰ ਐਵਰੀਬੋਡੀ ਪੁਆਇੰਟ ਆਫ ਵਿਊ ਇਜ਼ ਔਨਰਡ। ਇਹਦੇ ਵਿੱਚ ਹਰੇਕ ਦਾ ਪੁਆਇੰਟ ਆਫ ਵਿਊ ਆ ਜਿਹੜਾ ਉਹਦਾ ਮਾਣ ਸਤਿਕਾਰ ਕੀਤਾ ਜਾਂਦਾ। ਰੂਲਿੰਗ ਪਾਰਟੀ ਆਲਵੇਜ਼ ਰਿਸਪੈਕਟ ਦਾ ਵਿਊ ਆਫ ਆਪੋਜੀਸ਼ਨ ਪਾਰਟੀ। ਜਿਹੜੀ ਸਰਕਾਰ ਸੱਤਾ ਵਿੱਚ ਹੁੰਦੀ ਆ ਉਹ ਵਿਰੋਧੀ ਦਲ ਦੀ ਓਪੀਨੀਅਨ ਨੂੰ ਰਿਸਪੈਕਟ ਕਰਦੀ ਆ। ਇਟ ਪੇ ਪ੍ਰੋਪਰ ਅਟੈਂਸ਼ਨ ਟੂ ਦੇਅਰ ਸੁਜੈਸ਼ਨ। ਉਹਨਾਂ ਦੇ ਸੁਝਾਵਾਂ 'ਤੇ ਧਿਆਨ ਦਿੱਤਾ ਜਾਂਦਾ ਐਂਡ ਟਰਾਈ ਟੂ ਮੇਕ ਦਾ ਰਿਕੁਆਇਰਡ ਚੇਂਜਸ ਇਨ ਗਵਰਨਮੈਂਟ ਪੋਲਿਸੀਜ਼। ਅਤੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਉਹਦੇ ਵਿੱਚ ਬਦਲਾਵ ਕੀਤਾ ਜਾਂਦਾ। ਨੈਕਸਟ ਇਨਹਾਂਸ prestige of the citizens by giving equal opportunity to all to get employed by making reservation for minority। ਇਹਦੇ ਵਿੱਚ ਕੀ ਸਾਰਿਆਂ ਨੂੰ ਬਰਾਬਰ ਮੌਕੇ ਦਿੱਤੇ ਜਾਂਦੇ ਆ। ਜਿਹੜੇ ਰਿਜ਼ਰਵ ਕੈਟੇਗਰੀਜ਼ ਆ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਆ ਮਿਨੋਰਟੀਜ਼ ਨੂੰ ਤਾਂ ਜੋ ਸਮਾਜ ਦੇ ਵਿੱਚ ਬਰਾਬਰੀ ਆ ਸਕੇ ਤੇ ਨੀਵੀਆਂ ਜਾਤਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਮਿਲ ਸਕੇ। In this type of government, special attention is being paid to downtrodden and backward communities। ਇਹਦੇ ਵਿੱਚ ਜਿਹੜੇ ਦੱਬੇ ਕੁਚਲੇ ਲੋਕ ਆ ਤੇ ਜਿਹੜੇ ਪਛੜੇ ਕੌਮਾਂ ਹੈਗੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਅੱਗੇ ਲਿਆਉਣ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ।